So in second chapter written by Khushwant Singh, the most important long question is character sketch of grandmother. ਇੱਕ ਨਾ ਤੁਸੀਂ ਪੇਪਰ 'ਚ ਹਮੇਸ਼ਾ ਮਾਈਂਡ ਮੈਪ ਜ਼ਰੂਰ ਬਣਾਇਆ ਕਰੋ। ਮਾਈਂਡ ਮੈਪ ਕਿਸ ਤਰੀਕੇ ਨਾਲ ਬਣਦਾ ਹੈ? ਮਾਈਂਡ ਮੈਪ ਬਣਾਉਣ ਦੀ ਟੈਕਨੀਕ ਬਹੁਤ ਹੀ ਆਸਾਨ ਹੈ। ਸਭ ਤੋਂ ਪਹਿਲੇ ਤੁਸੀਂ ਕੈਰੈਕਟਰ ਦਾ ਨਾਮ ਲਿਖ ਲਓ। ਜਿਸ ਤਰ੍ਹਾਂ ਆਪਣੇ ਕੋਲ ਕੈਰੈਕਟਰ ਹੈ ਗ੍ਰੈਂਡਮਦਰ। ਗ੍ਰੈਂਡਮਦਰ ਲਿਖ ਲਿਆ। ਉਸ ਤੋਂ ਬਾਅਦ ਗ੍ਰੈਂਡਮਦਰ ਦੇ ਆਈਡੀਆਜ਼ ਜੋ ਵੀ ਉਸਦੇ ਨਾਲ ਕੈਰੈਕਟਰ ਦੇ ਨਾਲ ਰਿਲੇਟਡ ਉਸਦੇ ਕੁਝ ਖਾਸ ਕੈਰੈਕਟਰਿਸਟਿਕਸ ਹੈ ਉਹ ਲਿਖ ਲਓ। ਜਿਸ ਤਰ੍ਹਾਂ ਗ੍ਰੈਂਡਮਦਰ ਵਾਜ਼ ਵੈਰੀ old, her face was wrinkled, ਹਾਂਜੀ, she had a crisscross of wrinkles all over her face. Okay, then yes, fat and stouty. Okay, ਹੁਣ ਆਪਾਂ ਨੂੰ ਇੱਕ ਗੱਲ ਹੋਰ ਪਤਾ ਹੈ, she was religious. Then the next point is kind ਵੀ ਸੀ ਬਹੁਤ, ਕਿਉਂਕਿ ਉਹ ਡੌਗਸ ਨੂੰ ਫੀਡ ਕਰਦੀ ਸੀ। she fed dogs, reading holy books. ਇਸਨੂੰ ਤੁਸੀਂ ਜਿੱਥੇ ਉਹ ਲਿਖਦੇ ਹੋ ਨਾ ਰਿਲੀਜੀਅਸ, ਉਸ ਤੋਂ ਨੈਕਸਟ ਪੁਆਇੰਟ ਵੀ ਬਣਾ ਸਕਦੇ ਹੋ। ਰੀਡਿੰਗ ਹੋਲੀ ਬੁੱਕਸ ਇੱਥੇ ਲਿਖ ਦਿਓ। ਓਕੇ, ਸ਼ੀ ਫੈਡ ਸਪੈਰੋਜ਼। ਜਿੰਨੇ ਵੀ ਤੁਹਾਨੂੰ ਯਾਦ ਆਉਂਦੇ ਆ ਕੈਰੈਕਟਰਿਸਟਿਕ, ਉਹ ਸਾਰੇ ਤੁਸੀਂ ਮਾਈਂਡ ਮੈਪ 'ਚ ਲਿਖ ਸਕਦੇ ਹੋ। ਸੋ ਮਾਈਂਡ ਮੈਪ ਦੀ ਸ਼ੇਪ ਇਹ ਜ਼ਰੂਰੀ ਨਹੀਂ ਹੈ ਕਿ ਇਸ ਤਰ੍ਹਾਂ ਹੀ ਸ਼ੇਪ ਬਣਾਉਣੀ ਹੈ। ਕਈ ਬੱਚੇ ਬਲੂਨਸ ਬਣਾ ਦਿੰਦੇ ਨੇ, ਨੀਚੇ ਨਾਮ ਲਿਖ ਦਿੰਦੇ ਆ ਕੈਰੈਕਟਰ ਦਾ, ਉੱਪਰ ਬਹੁਤ ਸਾਰੇ ਬਲੂਨਸ ਬਣਾ ਦਿੰਦੇ ਨੇ। ਹਰ ਬਲੂਨ ਦੇ ਵਿੱਚ ਇੱਕ ਇੱਕ ਉਸਦੀ ਕੈਰੈਕਟਰਿਸਟਿਕ ਲਿਖ ਦਿੰਦੇ ਨੇ। ਜਿੰਨੇ ਮਰਜ਼ੀ ਬਲੂਨਸ ਬਣਾਉਂਦੇ ਰਹੋ। ਸੋ ਇਹ ਡਿਜ਼ਾਈਨਿੰਗ ਤੁਸੀਂ ਆਪਣੇ ਆਪ ਜੋ ਮਰਜ਼ੀ ਕਰਦੇ ਰਹੋ। ਇਸ ਦਾ ਫਾਇਦਾ ਕੀ ਹੁੰਦਾ, ਜੋ ਤੁਸੀਂ ਇਸ ਤਰ੍ਹਾਂ ਕੈਰੈਕਟਰ ਸਕੈਚ ਦੇ ਵਿੱਚ ਮਾਈਂਡ ਮੈਪ ਬਣਾਓਗੇ? ਇੱਕ ਤਾਂ ਤੁਹਾਡੇ ਸਾਰੇ ਮੇਨ ਪੁਆਇੰਟਸ ਇੱਥੇ ਲਿਖੇ ਜਾਂਦੇ ਆ, ਫਿਰ ਹਰ ਮੇਨ ਪੁਆਇੰਟ ਲਈ ਇੱਕ ਲਾਈਨ ਬਣਾ ਦਿਓ। ਤੁਹਾਡੇ ਦੇਖੋਗੇ 10 ਪੁਆਇੰਟਸ ਹੋ ਗਏ ਤਾਂ 10 ਲਾਈਨਸ ਬਣ ਗਈਆਂ। 10 ਲਾਈਨਸ ਦਾ ਤੁਹਾਡਾ ਕੈਰੈਕਟਰ ਸਕੈਚ ਪਲੱਸ ਮਾਈਂਡ ਮੈਪ, ਔਰ 3 ਮਾਰਕਸ ਤੁਹਾਨੂੰ ਮਿਲਣੇ ਆ ਕੈਰੈਕਟਰ ਸਕੈਚ ਦੇ ਵਿੱਚੋਂ। ਅਗਰ ਮਾਈਂਡ ਮੈਪ ਬਣਾਓਗੇ ਪੱਕਾ 3 on 3 ਮਿਲੂਗਾ। ਇਹੀ ਆਪਣਾ ਮਿਸ਼ਨ 100% ਹੈ। ਸੋ ਮਾਈਂਡ ਮੈਪ ਜ਼ਰੂਰ ਬਣਾਉਣਾ ਬੇਟਾ ਸਾਰੇ ਬੱਚੇ। ਯੈਸ, ਸਭ ਤੋਂ ਪਹਿਲਾਂ ਪੈਨਸਿਲ ਲਓ, ਫਟਾਫਟ ਮਾਈਂਡ ਮੈਪ ਬਣਾ ਦਿਓ। ਅਗਰ ਤੁਹਾਡੇ ਕੋਲ ਡਿਜ਼ਾਈਨਿੰਗ ਦਾ ਟਾਈਮ ਨਹੀਂ ਹੈ ਤਾਂ ਤੁਸੀਂ ਸਿੰਪਲ, ਬਿਲਕੁਲ ਸਿੰਪਲ, ਜਿਸ ਤਰ੍ਹਾਂ ਮੈਂ ਕੀਤਾ ਸੀ ਕਿ ਕੈਰੈਕਟਰ ਨੂੰ ਸੈਂਟਰ 'ਚ ਲਿਖ ਦਿਓ, ਐਰੋ ਲਗਾ ਲਗਾ ਕੇ ਉਹਦੀਆਂ ਸਾਰੀਆਂ ਕੈਰੈਕਟਰਿਸਟਿਕਸ ਲਿਖ ਦਿਓ, ਤੇ ਉਸ ਤੋਂ ਬਾਅਦ ਤੁਸੀਂ ਉਸਨੂੰ ਐਕਸਪਲੇਨ ਕਰ ਦਿਓ। ਹਾਂਜੀ, ਥਰਡ ਚੈਪਟਰ ਕੀ ਹੈ ਆਪਣੇ ਕੋਲ? ਲਿਬਰਟੀ ਐਂਡ ਡਿਸਿਪਲਿਨ ਦੇ ਵੈਸੇ ਲੌਂਗ ਕੁਐਸਚਨ ਬਹੁਤ ਹੀ ਘੱਟ ਆਉਂਦਾ ਹੁੰਦਾ ਹੈ, ਲੇਕਿਨ ਅਗਰ ਆਏ ਤਾਂ ਇਹੀ ਲਿਖਣਾ ਹੁੰਦਾ ਹੈ ਕਿ ਲਿਬਰਟੀ, हाँ, relationship between liberty and discipline. Liberty is not possible without discipline. ਠੀਕ ਹੈ, ਪਹਿਲੀ ਲਾਈਨ ਦਾ ਤੁਸੀਂ ਇਹੀ ਲਿਖੋਗੇ। ਫਿਰ ਆਪਾਂ ਇਸੇ ਨੂੰ ਜਸਟੀਫਾਈ ਕਰ ਦਾਂਗੇ ਕਿ ਕਿਉਂ ਨਹੀਂ ਹੈ। Liberty is not possible without discipline. If there is no discipline, people will not be safe. ਜਦੋਂ ਲੋਕ ਸੇਫ ਨਹੀਂ ਹੋਣਗੇ, there will not be any liberty. ਜਦੋਂ ਸੇਫਟੀ ਨਹੀਂ ਹੋਣੀ ਤਾਂ ਕੋਈ ਆਜ਼ਾਦੀ ਨਹੀਂ ਹੋਣੀ। For smooth life, we need discipline. Discipline is very important for life. So there is a positive relationship. ਹਾਂਜੀ ਗੁਰਪਿੰਦਰ, ਹੈਂਡ ਰੇਜ਼ ਕੀਤਾ ਹੈ, ਬੋਲੋ। There is a positive relationship between liberty and discipline, and both are the two sides of the same coin. ਸਮਝ ਆ ਗਿਆ ਬੇਟੇ? ਇਸ ਦਾ ਵੀ ਤੁਸੀਂ ਮਾਈਂਡ ਮੈਪ ਬਣਾ ਸਕਦੇ ਹੋ। ਲਿਬਰਟੀ ਐਂਡ ਡਿਸਿਪਲਿਨ ਨੂੰ ਸੈਂਟਰ 'ਚ ਲਿਖੋ, ਤੇ ਜੋ ਜੋ ਦੋ ਤਿੰਨ ਮੇਨ ਪੁਆਇੰਟਸ ਨੇ ਉਹਨਾਂ ਨੂੰ ਸਾਈਡ ਤੇ ਲਿਖ ਦਿਓ, ਜਿਸ ਤਰ੍ਹਾਂ ਪੋਜ਼ਿਟਿਵ ਰਿਲੇਸ਼ਨਸ਼ਿਪ, ਨਾਟ ਪੋਸੀਬਲ ਵਿਦਆਊਟ ਵਨ ਅਨਦਰ, ਐਟਸੈਟਰਾ। ਨੈਕਸਟ ਚੈਪਟਰ ਕਿਹੜਾ? ਹਾਂਜੀ, ਇਹ ਕਿਹਦੇ ਵਿਚਾਰ ਨੇ? ਬਿਲਕੁਲ ਸਹੀ, ਡਾਕਟਰ ਕਲਾਮ। ਡਾਕਟਰ ਕਲਾਮ, ਇਸ ਦੇ ਵਿੱਚ ਇੰਪੋਰਟੈਂਟ ਕੱਲ ਵੀ ਅਸੀਂ ਰਿਵਾਈਜ਼ ਕੀਤਾ ਸੀ। ਡਾਕਟਰ ਕਲਾਮ had 3 visions for
India. His first vision was freedom, freedom from want, freedom of speech, freedom of choosing any religion, freedom of doing any work. Okay. What is the second vision? That is development. His second vision is development. And then third vision is to stand up. ਹਾਂਜੀ, ਇਹਦੇ ਵਿੱਚੋਂ ਨਾ ਥੀਮ ਵੀ ਆ ਸਕਦਾ ਹੈ। ਇਹ ਵੀ ਕਹਿ ਸਕਦੇ ਨੇ ਕਿ ਰਾਈਟ ਦਾ ਥੀਮ, ਔਰ ਇਹਦੇ ਵਿੱਚੋਂ ਇਹ ਵੀ ਕਹਿ ਸਕਦੇ ਨੇ ਕਿ ਵਟ ਆਰ ਡਾਕਟਰ ਕਲਾਮਸ ਵਿਊਜ਼ ਅਬਾਊਟ ਇੰਡੀਆ। ਕਿਸੇ ਵੀ ਰੂਪ ਦੇ ਵਿੱਚ ਆਵੇ, ਤੁਸੀਂ ਗੱਲਾਂ ਇਹੀ ਲਿਖਣੀਆਂ ਨੇ, ਕੋਈ ਵੀ ਲੌਂਗ ਕੁਐਸਚਨ ਆ ਜਾਏ, ਕੈਰੈਕਟਰ ਸਕੈਚ ਆ ਜਾਏ, ਥੀਮ ਆ ਜਾਏ, ਗੱਲਾਂ ਆਪਣੀਆਂ ਇਹੀ ਹੋਣਗੀਆਂ। ਸਮਝ ਗਏ? ਇਹੀ ਮਾਈਂਡ ਮੈਪ ਬਣਾ ਦਿਓ, ਐਕਸਪਲੇਨ ਕਰ ਦਿਓ। ਟੂ ਸਟੈਂਡ ਅਪ ਅਗੇਂਸਟ ਦ ਵਰਲਡ, ਉਹ ਕਹਿੰਦੇ ਕਿ ਦੁਨੀਆ ਦੇ ਸਾਹਮਣੇ ਖੜੇ ਹੋਵੋ। ਫਿਰ ਤੁਸੀਂ ਆਪਣੀਆਂ ਉਹ ਚਾਰ ਕੁਆਲਿਟੀ ਜ਼ਰੂਰ ਲਿਖਣੀਆਂ ਨੇ। ਵੀ ਆਰ ਇਨ among the top 5 nations of the world in terms of GDP. We are number one in milk production. We are number one in remote sensing satellite. We are number two in production of rice. We are number two in production of wheat. ਸੋ ਤੁਸੀਂ ਇਸ ਤਰ੍ਹਾਂ ਸਾਰਾ ਮਾਈਂਡ ਮੈਪ ਬਣਾ ਕੇ ਇਸੇ ਨੂੰ ਐਕਸਪਲੇਨ ਕਰ ਦੋਗੇ, ਅਬਦੁਲ ਕਲਾਮ ਜੀ ਬਾਰੇ ਹੋ ਜਾਊਗਾ ਸਾਰਾ ਕੁਝ। ਤੇ ਅਗਰ ਥੀਮ ਲਿਖਿਆ, ਥੀਮ 'ਚ ਵੀ ਇਹੀ ਗੱਲਾਂ ਹੋਣਗੀਆਂ। ਅਗਰ ਡਾਕਟਰ ਕਲਾਮ ਦੇ ਵਿਊਜ਼ ਪੁੱਛ ਲਏ, ਉਹਦੇ ਵਿੱਚ ਵੀ ਇਹੀ ਗੱਲਾਂ ਹੋਣਗੀਆਂ। ਕਈ ਵਾਰੀ ਇਹ ਕਹਿ ਦਿੰਦੇ ਆ ਕਿ ਰਾਈਟ ਦਾ ਮੇਨ ਪੁਆਇੰਟਸ ਡਿਸਕਸਡ ਇਨ ਦ ਚੈਪਟਰ, ਫਿਰ ਵੀ ਇਹੀ ਸਭ ਕੁਝ ਹੋਊਗਾ। ਹਾਂਜੀ, ਨੈਕਸਟ ਚੈਪਟਰ ਬੋਲੋ। ਅਰਥ ਇਜ਼ ਨਾਟ ਆਵਰਸ ਦੇ ਵਿੱਚ ਵੀ ਬਾਰ-ਬਾਰ ਇਹੀ ਕੁਐਸਚਨ ਆ ਸਕਦਾ ਹੈ। ਥੀਮ ਵੀ ਆ ਸਕਦਾ ਹੈ, ਜਾਂ ਇਹ ਪੁੱਛ ਸਕਦੇ ਨੇ ਕਿ what are the important things that have been discussed by Kofi Annan in his speech. ਸੋ ਸਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਕੋਫੀ ਅਨਾਨ ਨੇ ਕੀ ਗੱਲਾਂ ਕੀਤੀਆਂ। ਸੋ ਜਦੋਂ ਅਸੀਂ ਇਹਦੇ ਥੀਮ ਦੀ ਗੱਲ ਕਰਾਂਗੇ, ਤਾਂ ਕੋਫੀ ਅਨਾਨ ਜੀ ਨੇ ਸਭ ਤੋਂ ਪਹਿਲੇ ਗੱਲ ਕੀਤੀ ਹੈ ਗਲੋਬਲਾਈਜੇਸ਼ਨ। He has talked about globalization, that now the entire world is a village. All the people are interconnected. ਉਹਨਾਂ ਨੇ ਕਿਹਾ ਇਹ ਜਿਹੜਾ ਯੁੱਗ ਹੈ, ਇਹ ਵਿਸ਼ਵੀਕਰਨ ਦਾ ਯੁੱਗ ਹੈ। ਸਾਰੇ ਲੋਕ ਕੀ ਹੈ, ਆਪਸ 'ਚ ਜੁੜੇ ਹੋਏ ਨੇ, ਔਰ ਇਸ ਜੁੜਨ ਕਰਕੇ ਸਾਨੂੰ ਕੁਝ ਬੈਨੀਫਿਟਸ ਹੋਏ ਆ। ਬੈਨੀਫਿਟਸ ਆਫ ਗਲੋਬਲਾਈਜੇਸ਼ਨ ਕੀ ਹੋਇਆ ਬੇਟਾ? ਸਭ ਤੋਂ ਪਹਿਲੇ ਸਾਡਾ ਟ੍ਰੇਡ ਬਹੁਤ ਵਧਿਆ। ਸੋ ਦੇयर इज अ lot of business. Second thing is faster communication. ਅਸੀਂ ਇੱਕ ਦੂਸਰੇ ਨਾਲ ਗੱਲ ਕਰਨੀ ਹੈ ਬੜੀ ਆਸਾਨੀ ਨਾਲ, ਮਿੰਟਾਂ ਸਕਿੰਟਾਂ ਦੇ ਵਿੱਚ ਅਸੀਂ ਫੋਨ, ਈਮੇਲ, ਇੰਟਰਨੈਟ ਦੁਆਰਾ ਅਸੀਂ ਜੁੜੇ ਹੋਏ ਹਾਂ। ਓਕੇ, ਫਾਸਟਰ ਕਮਿਊਨੀਕੇਸ਼ਨ। ਤੀਸਰਾ ਹੈ lot of opportunities all over the world. ਸੋ ਅੱਜ ਦਾ ਇਨਸਾਨ ਪੜ੍ਹ ਕੇ ਜੌਬ ਇੱਕ ਕੰਟਰੀ 'ਚ ਨਹੀਂ ਲੱਭਦਾ, ਕਿੰਨੇ ਮਰਜ਼ੀ ਕੰਟਰੀਜ਼ 'ਚ। ਅਗਰ ਤੁਸੀਂ ਮਲਟੀਨੈਸ਼ਨਲ ਕੰਟਰੀ 'ਚ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦੇ ਹੋ, ਤਾਂ ਤੁਸੀਂ ਕਿਸੇ ਵੀ ਕੰਟਰੀ 'ਚ ਜਾ ਸਕਦੇ ਹੋ ਆਪਣੀ ਜੌਬ ਦੇ ਬੇਸ ਤੇ। ਉਸ ਤੋਂ ਬਾਅਦ ਉਹਨਾਂ ਨੇ ਇਸ ਦੇ ਥੋੜ੍ਹੇ ਜਿਹੇ ਹਾਰਮਸ ਦੀ ਗੱਲ ਵੀ ਕੀਤੀ ਹੈ ਕਿ ਇਸ ਦੇ ਨੁਕਸਾਨ ਕੀ ਨੇ ਗਲੋਬਲਾਈਜੇਸ਼ਨ ਦੇ। ਇੱਕ ਤਾਂ ਉਹਨਾਂ ਨੇ ਕਿਹਾ ਸੀ ਕਿ ਨਾਰਕੋਟਿਕਸ, ਨਸ਼ੇ, ਨਾਰਕੋਟਿਕਸ ਨੂੰ ਬਹੁਤ ਬੜਾਵਾ ਮਿਲਿਆ ਇਸ ਦੇ ਨਾਲ। ਆਰਮਸ, ਹਥਿਆਰ, ਹਥਿਆਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਸਾਨੀ ਨਾਲ ਜਾਣ ਲੱਗ ਗਏ, ਕਿਉਂਕਿ ਕਮਿਊਨੀਕੇਸ਼ਨ ਦਾ ਫਾਇਦਾ ਅਪਰਾਧੀਆਂ ਨੂੰ ਵੀ ਮਿਲ ਗਿਆ। ਓਕੇ, ਇੱਕ ਉਹਨਾਂ ਨੇ ਕਿਹਾ ਵਾਰਸ, ਜਿੰਨੀ ਸਾਇੰਸ ਤੇ ਟੈਕਨੋਲੋਜੀ ਵੱਧਦੀ ਜਾ ਰਹੀ ਹੈ, ਜਿੰਨੀ ਇੰਟਰਕਨੈਕਟੀਵਿਟੀ ਵੱਧਦੀ ਜਾ ਰਹੀ ਹੈ, ਓਨਾ ਕੰਪੀਟੀਸ਼ਨ ਵੱਧ ਰਿਹਾ। ਅਨਹੈਲਦੀ ਕੰਪੀਟੀਸ਼ਨ ਕਰਕੇ ਕੀ ਹੋ ਜਾਂਦੀ ਹੈ, ਵਾਰ ਹੋ ਜਾਂਦੀ ਹੈ। ਔਰ ਲਾਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਸਾਰੇ ਚੈਲੰਜਿਸ ਨੂੰ ਅਸੀਂ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ, ਵਿਦ ਗੁੱਡ ਗਵਰਨੈਂਸ। ਉਹਨਾਂ ਨੇ ਕਿਹਾ ਕਿ ਵੀ ਆਲ ਕੰਟਰੀਜ਼ ਸ਼ੁੱਡ ਗਿਵ ਗੁੱਡ ਗਵਰਨੈਂਸ ਟੂ ਦ ਵਰਲਡ। ਸਾਨੂੰ ਅੱਛੇ ਤਰੀਕੇ ਨਾਲ ਪੂਰੇ ਸੰਸਾਰ ਨੂੰ ਇੱਕ ਗਵਰਨੈਂਸ ਦੇਣੀ ਚਾਹੀਦੀ ਹੈ, ਤਾਂ ਕਿ ਜੋ ਚੈਲੰਜਿਸ, ਜੋ ਹਾਰਮ ਸਾਡੇ ਸਾਹਮਣੇ ਨੇ, ਇਹਨਾਂ ਸਾਰਿਆਂ ਉੱਤੇ ਵਿਜੇ ਪ੍ਰਾਪਤ ਕੀਤੀ ਜਾ ਸਕੇ। ਸੋ ਦੈਟ ਵੀ ਕੈਨ improve all those areas which are harmful due to this globalization.
ਫਿਰ ਉਹਨਾਂ ਨੇ ਲਾਸਟ ਦੇ ਵਿੱਚ ਲਾਸਟ ਪੁਆਇੰਟ ਕੀ ਦਿੱਤਾ ਹੈ, always remember the African proverb। ਕਿੱਥੋਂ ਦਾ proverb ਹੈ ਬੇਟੇ? ਅਫਰੀਕਾ ਦਾ। always remember the African proverb that earth is not ours, it is a gift for the future generations, we should preserve it for the coming generations। समझ आ गया बेटे? ओके वेरी गुड। ओके नेक्स्ट चैप्टर। ਉਹ ਅੱਜ ਗੁਰਜੰਟ ਸਰ ਨੇ ਸਮਝਾਇਆ ਹੋਊਗਾ, ਤੁਹਾਨੂੰ ਕਲਾਸ ਲਗਾਈ ਸੀ। ਹਾਂ ਉਹਨਾਂ ਨੇ ਸਮਝਾਤਾ ਨਾ ਡਿਟੇਲ ਚ। ਇਸ ਦੇ ਵਿੱਚੋਂ ਤੁਹਾਨੂੰ ਲੌਂਗ ਕੁਐਸਚਨ ਕਿਸ ਤਰੀਕੇ ਨਾਲ ਆ ਸਕਦੇ ਆ, ਇਸ ਦੇ ਵਿੱਚੋਂ ਲੌਂਗ ਤੁਹਾਨੂੰ ਇਸ ਤਰੀਕੇ ਨਾਲ ਆ ਸਕਦੇ ਆ ਕਿ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਮੇਜਰ ਧਨ ਸਿੰਘ ਥਾਪਾ, ਉਹਨਾਂ ਨੂੰ ਜੋ ਪਰਮਵੀਰ ਚੱਕਰ ਹੈ ਉਹ ਪੋਸਟੂਮਸਲੀ ਮਿਲਿਆ ਜਾਂ ਨਹੀਂ ਮਿਲਿਆ। ਸੋ what was the reason of his getting the award। ਸੋ ਉਹਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੀ ਵਾਰ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ, ਈਅਰ ਕਿਹੜਾ ਸੀ। ਹਾਂਜੀ, ਇੰਡੋ ਚਾਈਨੀਜ਼ ਵਾਰ। ਉਸਦਾ ਈਅਰ ਪਤਾ ਹੋਣਾ ਚਾਹੀਦਾ ਹੈ, ਉਸਦੀ ਪਲੇਸ ਦਾ ਨਾਮ ਪਤਾ ਹੋਣਾ ਚਾਹੀਦਾ ਹੈ। ਸੋ ਜਿੰਨੇ ਵੀ ਸਾਡੇ ਮਾਰਟਰਸ ਹੈਗੇ ਆ, 5 ਮਾਰਟਰਸ ਨੇ, ਪੰਜੋ ਮਾਰਟਰਸ ਦੀ ਤੁਹਾਨੂੰ ਵਾਰਸ ਦਾ ਨਾਮ ਪਤਾ ਹੋਵੇ, ਈਅਰ ਪਤਾ ਹੋਵੇ, ਪਲੇਸ ਪਤਾ ਹੋਵੇ। ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਾਰੇ ਸ਼ਹੀਦ ਨਹੀਂ ਹੋਏ ਸੀ, ਤਾਂ ਜ਼ਿਆਦਾਤਰ ਸ਼ਹੀਦ ਹੋਏ ਸੀ, ਲੇਕਿਨ ਕਈ ਐਸੇ ਵੀ ਸੀ ਜਿਹੜੇ ਉਸ ਤੋਂ ਬਾਅਦ ਵੀ ਉਹਨਾਂ ਨੇ ਬਹੁਤ ਦੇਰ ਆਪਣੇ ਦੇਸ਼ ਨੂੰ ਸਰਵ ਕੀਤਾ। ਕਈ ਇਹੋ ਜਿਹੇ ਵੀ ਸੀ, ਇੱਕ ਇੱਕ ਇਹੋ ਜਿਹੇ ਵੀ ਸੀ ਸਾਡੇ ਸ਼ਹੀਦ ਜਿਹੜੇ ਕਾਫੀ ਦੇਰ ਬਾਅਦ ਵਾਪਸ ਵੀ ਆ ਗਏ ਸੀ ਦੁਬਾਰਾ ਆਰਮੀ 'ਚ, ਕਈ ਸਾਲ ਗਾਇਬ ਰਹੇ ਸੀ, ਸਭ ਨੂੰ ਲੱਗਿਆ ਸੀ ਕਿ ਉਹ ਸ਼ਹੀਦ ਹੋ ਗਏ। ਸੋ ਇਹਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ। ਆਈ ਹੋਪ ਕਿ ਗੁਰਜੰਟ ਸਰ ਨੇ ਤੁਹਾਨੂੰ ਅੱਛੇ ਤਰੀਕੇ ਨਾਲ ਸਮਝਾਇਆ ਹੋਊਗਾ ਕਿਉਂਕਿ ਉਹ ਹਮੇਸ਼ਾ ਬਹੁਤ ਡਿਟੇਲ 'ਚ ਸਮਝਾਉਂਦੇ ਹੁੰਦੇ ਆ। ਸੋ ਪੰਜਾਂ ਬਾਰੇ ਇਹ ਤੁਸੀਂ ਦੇਖ ਲੈਣਾ। ਇੱਕ ਨਾ ਚੋਟੀਆਂ ਦੇ ਨਾਮ ਜ਼ਰੂਰ ਆਉਂਦੇ ਆ, ਕੈਪਟਨ ਵਿਕਰਮ ਬਤਰਾ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਨਾ, ਕੈਪਟਨ ਵਿਕਰਮ ਬਤਰਾ। ਸੋ ਜਦੋਂ ਕੈਪਟਨ ਵਿਕਰਮ ਬਤਰਾ ਬਾਰੇ ਅਸੀਂ ਪੜ੍ਹ ਰਹੇ ਹਾਂ ਤਾਂ ਉਹਦੇ ਵਿੱਚ ਕਈ ਵਾਰੀ ਉਸ ਚੋਟੀ ਦਾ ਨਾਮ ਪੁੱਛ ਲੈਂਦੇ ਹੁੰਦੇ ਆ ਜਿਹੜੀ ਜਿਹਦੇ ਲਈ ਉਹਨਾਂ ਨੇ that was the hilltop 5140 ਕਾਰਗਿਲ ਵਾਰ ਦੇ ਵਿੱਚ 5140 ਚੋਟੀ ਸੀ ਜਿਹੜੀ ਜਿੱਤਣ ਵਾਸਤੇ ਉਹਨਾਂ ਨੇ ਸਾਰਾ ਕੁਝ ਕੀਤਾ ਸੀ। 5140 this was the name of the hilltop ਜਿਹੜੀ ਕਾਰਗਿਲ ਵਾਰ ਦੇ ਵਿੱਚ ਅਸੀਂ ਦੁਬਾਰਾ ਹਾਸਿਲ ਕੀਤੀ, ਜਿਸ ਦੇ ਉੱਤੇ ਪਹਿਲੇ ਕਬਜ਼ਾ ਕਰ ਲਿਆ ਸੀ ਪਾਕਿਸਤਾਨ ਨੇ। ਓਕੇ ਨੈਕਸਟ ਚੈਪਟਰ। ਓਕੇ ਨੈਕਸਟ ਪੋਇਮ। Tell me the name of the writer। William Wordsworth। Very good, William Wordsworth। The name of the poem is The Lines Written in Early Spring। ਹੁਣ ਦੇਖੋ ਇਸ ਪੋਇਮ ਦੇ ਵਿੱਚ ਸੈਂਟਰਲ ਆਈਡੀਆ ਅਗਰ ਅਸੀਂ ਡਿਸਕਸ ਕਰਦੇ ਹਾਂ, ਸੋ ਪੋਇਮ ਦੇ ਵਿੱਚ ਸਭ ਤੋਂ ਪਹਿਲਾਂ ਵਿਲੀਅਮ ਵਰਡਸਵਰਥ ਕੀ ਕਹਿ ਰਹੇ ਨੇ, the whole poem revolves around nature। ਪ੍ਰਕਿਰਤੀ ਬਾਰੇ ਇਹ ਪੋਇਮ ਹੈ ਜਿਹੜੀ ਉਹ ਗੱਲ ਕਰਦੀ ਹੈ। He says that I was sitting in the nature under a tree and I was very happy। ਸੋ ਪੋਇਮ ਦੇ ਸ਼ੁਰੂ ਚ ਉਹ ਕੀ ਨੇ, ਖੁਸ਼ ਨੇ। The poet says that he was in the sweet mood, but suddenly sad thoughts were there। ਅਚਾਨਕ ਹੀ ਉਹਨਾਂ ਨੂੰ ਉਦਾਸੀ ਭਰੇ ਖਿਆਲ ਆਣੇ ਸ਼ੁਰੂ ਹੋ ਗਏ। ਕਿਸ ਚੀਜ਼ ਦੇ ਉਦਾਸੀ ਭਰੇ ਖਿਆਲ ਆਏ? He said that what man has made of man, man's harsh behavior towards nature। ਸੋ ਉਹਨਾਂ ਨੂੰ ਕਿਸ ਚੀਜ਼ ਦਾ ਦੁੱਖ ਹੈ? He laments on the man's harsh behavior about nature ਕਿ ਪ੍ਰਕਿਰਤੀ ਨਾਲ ਇਨਸਾਨ ਨੇ ਕੀ ਹਾਲ ਕਰਤਾ। Then he says that nature serves us selflessly। ਪ੍ਰਕਿਰਤੀ ਬਿਨਾਂ ਕਿਸੇ ਸਵਾਰਥ ਦੇ ਸਾਡਾ ਫਾਇਦਾ ਕਰਦੀ ਹੈ। But man is selfish। So all this makes the poet very very sad। Okay, he says that nature is our mother and we should not harm nature। समझ आ गया बेटा?
सेंट्रल आइडिया समझ आ गया सेंट्रल आइडिया. So it is very easy. Now the next poem is Mother's Day. Mother's Day written by Shiv K. Kumar. Shiv. Yes. पेन को क्या हो गया? Mother's Day. Now the poet compares two continents. जो यूरोपियन पीपल है ना, ਉਹ ਸਾਡੇ ਕੰਟੀਨੈਂਟ ਨੂੰ ਪਤਾ ਕੀ ਕਹਿੰਦੇ ਆ? ਡਾਰਕ ਕੰਟੀਨੈਂਟ. They call us people of the dark continent. Such a continent where dark people live. ਸੋ ਕਵੀ ਕੀ ਕਹਿੰਦਾ ਕਿ ਮੈਨੂੰ ਡਾਰਕ ਕੰਟੀਨੈਂਟ ਹੋਣ ਦਾ ਬਿਲਕੁਲ ਵੀ ਦੁੱਖ ਨਹੀਂ ਹੈ. I belong to the dark continent, and in this dark continent, we do not celebrate only one day for our mothers. ਅਸੀਂ ਸਿਰਫ ਮਾਂ ਨੂੰ ਇੱਕ ਦਿਨ ਸੈਲੀਬ੍ਰੇਟ ਨਹੀਂ ਕਰਦੇ. We do not celebrate only one day as Mother's Day. ਤਾਂ ਇੱਕ ਦਿਨ ਨਹੀਂ ਸੈਲੀਬ੍ਰੇਟ ਕਰਦੇ, ਕੀ ਕਰਦੇ ਆ? We give respect to our mother every day. ਕਿੰਨੀ ਵਾਰ ਮਾਂ ਦੀ ਰਿਸਪੈਕਟ ਕਰਦੇ ਆ? ਹਰ ਰੋਜ਼ ਕਰਦੇ ਆ. Sometimes twice a day we touch the feet of our mother. ਕਈ ਵਾਰ ਤਾਂ ਦਿਨ ਚ 2 ਵਾਰ ਅਸੀਂ ਆਪਣੀ ਮਾਂ ਦੇ ਪੈਰੀਂ ਹੱਥ ਲਾਉਂਦੇ ਆ. Then he says that if you remember your mother only for one day, it is actually not the respect of the mother, it is the disrespect. ਮਾਂ ਨੂੰ ਸਿਰਫ ਇੱਕ ਦਿਨ ਯਾਦ ਕਰਨਾ ਅਸਲ ਚ ਉਹਦੀ ਰਿਸਪੈਕਟ ਨਹੀਂ ਹੁੰਦੀ. ਕੀ ਹੁੰਦੀ ਹੈ? Disrespect. It is insult. ਇਹ ਤਾਂ insult ਹੈ. ਇੱਕ ਦਿਨ ਤੁਸੀਂ ਕੀ ਕਰਦੇ ਹੋ? You read the spurious verses. ਤੁਸੀਂ ਆਪਣੀ ਮਾਂ ਲਈ ਝੂਠੀਆਂ ਸੱਚੀਆਂ ਕਵਿਤਾਵਾਂ ਪੜ੍ਹੀ ਜਾਂਦੇ ਹੋ ਤੇ ਪੂਰਾ ਸਾਲ ਆਪਣੀ ਮਦਰ ਦੇ ਕੋਲ ਨਹੀਂ ਆਉਂਦੇ. So we are very happy whether we are the dark people, whether we belong to the dark continent, but we are very happy that we give love and respect to our mother every day, sometimes twice a day. So that's all about the Mother's Day. Poem number 3. Tell me the name of poem number 3. Very beautiful poem. Very beautiful poem. ਇਹਦੀ ਪੂਰੀ ਸਟੋਰੀ ਯਾਦ ਹੈ ਤੁਹਾਨੂੰ? ਹਾਂਜੀ. Who was Upagupta? He was a disciple disciple ਕੀ ਹੁੰਦਾ? ਸ਼ਿਸ਼. ਕਿਸ ਦੇ disciple ਸੀ ਉਹ? Disciple of ਬੁੱਧਾ. ਮਹਾਤਮਾ ਬੁੱਧ ਦੇ ਸ਼ਿਸ਼ ਸੀ. ਉਪਗੁਪਤ ਉਹ ਇਨਸਾਨ ਸੀ ਬੇਟਾ. ਤੁਸੀਂ ਸਮਰਾਟ ਅਸ਼ੋਕ ਦਾ ਨਾਂ ਸੁਣਿਆ? ਸਮਰਾਟ ਅਸ਼ੋਕ ਸੀ ਜਿਹੜੇ, ਉਹ ਬੜੇ ਯੁੱਧ ਕਰਦੇ ਹੁੰਦੇ ਸੀ ਔਰ ਉਹਨਾਂ ਨੇ ਆਪਣਾ ਰਾਜਪਾਟ ਬੜਾ ਫੈਲਾ ਲਿਆ ਸੀ. ਤਾਂ ਕੀ ਹੁੰਦਾ ਹੈ, ਜਦੋਂ ਕਲਿੰਗ ਦਾ ਯੁੱਧ ਕਰਦੇ ਨੇ, ਕਲਿੰਗ ਦੇ ਯੁੱਧ ਦੇ ਵਿੱਚ ਇੰਨੇ ਲੋਕ ਮਰਦੇ ਨੇ ਕਿ ਸਮਰਾਟ ਅਸ਼ੋਕ ਦਾ ਮਨ ਦੁਖੀ ਹੋ ਜਾਂਦਾ ਹੈ ਕਿ ਮੈਂ ਲਾਸ਼ਾਂ ਤੇ ਰਾਜ ਕਰਨ ਲਈ ਆ, ਮੇਰੀ ਸੈਨਾ ਵੀ ਮਰ ਗਈ, ਮੇਰੇ ਦੁਸ਼ਮਣ ਦੀ ਸੈਨਾ ਵੀ ਮਰ ਗਈ. ਸੋ ਹੀ ਵਾਜ਼ ਹਰਟ ਬਾਈ ਦਿਸ ਮੈਸੈਕਰ. ਇੰਨੇ ਲੋਕ ਮਰੇ, ਦੁਖੀ ਹੋਇਆ ਉਹ. ਦੈਨ ਹੀ ਵੈਂਟ ਟੂ ਉਪਗੁਪਤ ਫॉर ਰਿਲੀਜਨ, ਫॉर ਪੀਸ. ਮੈਨੂੰ ਸ਼ਾਂਤੀ ਚਾਹੀਦੀ ਹੈ. ਉਪਗੁਪਤ ਕੋਲ ਜਾਂਦੇ ਨੇ, ਉਹਦੇ ਸ਼ਿਸ਼ ਬਣ ਜਾਂਦੇ ਨੇ. ਲੇਕਿਨ ਉਪਗੁਪਤ ਖੁਦ ਕਿਹਦੇ ਸ਼ਿਸ਼ ਨੇ? ਮਹਾਤਮਾ ਬੁੱਧ ਦੇ ਸ਼ਿਸ਼ ਨੇ. ਸੋ ਇਹ ਜੋ ਪੋਇਮ ਹੈ that has been written by ਰਬਿੰਦਰਨਾਥ ਟੈਗੋਰ. ਇਸ ਪੋਇਮ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਡਾਂਸਰ ਹੈ, ਉਹਨੂੰ ਬੜਾ ਗਰੂਰ ਹੈ ਆਪਣੀ ਸੁੰਦਰਤਾ ਦਾ. ਲੇਕਿਨ ਇੱਕ ਟਾਈਮ ਐਸਾ ਆਉਂਦਾ ਹੈ ਕਿ ਉਹੀ ਡਾਂਸਰ ਜੋ ਬਿਲਕੁਲ ਤਾਰਿਆਂ ਦੀ ਤਰ੍ਹਾਂ ਚਮਕ ਰਹੀ ਹੁੰਦੀ ਹੈ, ਗਹਿਣਿਆਂ ਨਾਲ ਸਜੀ ਹੋਈ, ਬੜੀ ਬਿਊਟੀਫੁਲ, ਇੱਕ ਟਾਈਮ ਐਸਾ ਆਉਂਦਾ ਹੈ ਕਿ ਉਸਨੂੰ ਬਿਮਾਰੀ ਐਸੀ ਹੁੰਦੀ ਹੈ ਛੂਤ ਦੀ, ਲੋਕ ਉਸਨੂੰ ਸ਼ਹਿਰ ਤੋਂ ਬਾਹਰ ਸੁੱਟ ਦਿੰਦੇ ਆ ਤੇ ਉਸਦੀ ਬਿਊਟੀ ਸਾਰੀ ਡੈਮੇਜ ਹੋ ਜਾਂਦੀ ਹੈ. ਸੋ ਇਹਦਾ ਅਗਰ ਤੁਸੀਂ ਥੀਮ ਲਿਖਣ ਲੱਗੋਗੇ ਤਾਂ ਇਹਦੇ ਥੀਮ ਦੇ ਵਿੱਚ ਤੁਸੀਂ ਕੀ ਲਿਖੋਗੇ? that ਜੋ ਬਿਊਟੀ ਐਂਡ ਫੇਮ, ਹਾਂਜੀ, ਇਹ ਹਮੇਸ਼ਾ ਲਈ ਹੁੰਦੇ ਆ ਕਿ ਹਮੇਸ਼ਾ ਲਈ ਨਹੀਂ ਹੁੰਦੇ? ਨਹੀਂ ਹੁੰਦੇ.
So beauty and fame are not forever. ਸੁੰਦਰਤਾ ਅਤੇ ਤੁਹਾਡੀ ਮਸ਼ਹੂਰੀ ਇਹ ਹਮੇਸ਼ਾ ਲਈ ਨਹੀਂ ਹੁੰਦੀ। they vanish with time। ਸਮੇਂ ਦੇ ਨਾਲ ਇਹ ਦੋਨੇ ਚੀਜ਼ਾਂ ਖਤਮ ਹੋ ਜਾਂਦੀਆਂ। ਲੇਕਿਨ ਸਮੇਂ ਨਾਲ ਕੀ ਖਤਮ ਨਹੀਂ ਹੁੰਦਾ? ਅੱਛਾਈ, ਗੁੱਡਨੈਟ, ਗੁੱਡਨੈਸ, ਹਾਂਜੀ, ਗੁੱਡਨੈਸ ਐਂਡ ਇਨਰ ਬਿਊਟੀ, ਇਨਰ ਬਿਊਟੀ ਇਜ਼ ਫੋਰਐਵਰ। ਤਾਂ ਕਿਹੜੀਆਂ ਦੋ ਚੀਜ਼ਾਂ ਹਮੇਸ਼ਾ ਚੱਲਦੀਆਂ ਨੇ? ਇੱਕ ਤਾਂ ਸਾਡੀ ਅੰਦਰਲੀ ਸੁੰਦਰਤਾ ਕਦੀ ਖਤਮ ਨਹੀਂ ਹੁੰਦੀ, ਬਲਕਿ ਹਰ ਦਿਨ ਜਿੰਨੀ ਅਸੀਂ ਅੱਛਾਈ ਕਰਦੇ ਜਾਵਾਂਗੇ ਓਨੀ ਸਾਡੀ ਇਹ ਸੁੰਦਰਤਾ ਵੱਧਦੀ ਜਾਊਗੀ। ਇਟ improves, it increases with time। external beauty decreases with time, but internal beauty it increases with time। internal beauty ਤਾਂ time ਨਾਲ ਵੱਧਦੀ ਰਹਿੰਦੀ ਹੈ। so the poet says that we should not be proud of our money or beauty, but we should always try to be good human beings। ਸਾਨੂੰ ਅੱਛੇ ਇਨਸਾਨ ਬਣਨ ਉੱਤੇ ਜ਼ੋਰ ਦੇਣਾ ਚਾਹੀਦਾ ਹੈ। Next poem, I think it is the last poem, है ना? Confessions of a Born Spectator। ਮੈਨੂੰ ਸਭ ਤੋਂ ਘੱਟ ਇੰਪੋਰਟੈਂਟ ਇਹ ਪੋਇਮ ਲੱਗਦੀ ਹੈ, ਉਹ ਬਹੁਤ ਹੀ ਬੋਰਿੰਗ ਹੈ। Confessions of a Born Spectator ਇੱਕ ਤਰ੍ਹਾਂ ਦਾ ਵਿਅੰਗ ਹੈ ਬੇਟਾ, ਸੈਟਾਇਰ ਹੈ। The writer says that I love athletes and I love games and I love players, but I do not want to be a player because the players are very competitive and they are abusive to each other. They harm each other, they hit each other, and they injure each other. So, if I get the opportunity to be a player, I will never be a player। ਮੈਂ ਦਰਸ਼ਕ ਬਣ ਕੇ ਖੁਸ਼ ਹਾਂ, ਇਹੀ ਮੇਰਾ ਇਕਬਾਲਨਾਮਾ ਹੈ। ਮੈਂ ਇਹ ਚੀਜ਼ ਮੰਨਦਾ ਹਾਂ, ਮੇਰਾ ਇਹ ਕਬੂਲਨਾਮਾ ਹੈ ਕਿ ਮੈਂ ਇੱਕ ਦਰਸ਼ਕ ਬਣ ਕੇ ਖੁਸ਼ ਹਾਂ। I am very happy to be a viewer। I don't want to be an athlete because athletes are violent। They they hit one another, they injure one another, and they do not play honestly। So I want to remain a spectator all my life, even if their tickets are as costly as radium। I will buy the tickets, I will watch the matches, I will enjoy with them when they win, but I will never play with them because they are not honest। ਐਥਲੀਟਸ ਬਹੁਤ ਹੀ ਇੱਕ ਦੂਸਰੇ ਨੂੰ ਨੁਕਸਾਨ ਕਰਦੇ ਨੇ, ਮਾਰਦੇ ਨੇ, ਉਹਨਾਂ ਦੇ ਅੰਦਰ ਗੁੱਸੇ ਦੀ ਭਾਵਨਾ ਹੁੰਦੀ ਹੈ, ਉਹ ਮੈਨੂੰ ਅੱਛੀ ਨਹੀਂ ਲੱਗਦੀ। ਮੈਨੂੰ ਉਹਨਾਂ ਦੀ ਗੇਮ ਅੱਛੀ ਲੱਗਦੀ ਹੈ। ਅਗਰ ਰੇਡੀਅਮ ਜਿੰਨਾ ਮਹਿੰਗਾ ਵੀ ਟਿਕਟ ਕਿਉਂ ਨਾ ਹੋਵੇ, ਮੈਂ ਉਹ ਟਿਕਟ ਲੈ ਕੇ ਉਹਨਾਂ ਦੀ ਗੇਮ ਦੇਖੂੰਗਾ, ਲੇਕਿਨ ਮੈਂ ਕਦੇ ਵੀ ਉਹਨਾਂ ਦੇ ਨਾਲ ਕੰਪੀਟ ਨਹੀਂ ਕਰੂੰਗਾ ਕਿਉਂਕਿ ਕੰਪੀਟੀਸ਼ਨ ਉਹ ਓਨੈਸਟਲੀ ਨਹੀਂ ਕਰਦੇ। ਠੀਕ ਹੈ ਬੇਟਾ। ਨਾਓ ਸਟਾਰਟਸ ਸੈਕਸ਼ਨ ਸੀ। ਅੱਛਾ ਰਹਿ ਗਈ ਇਹ। The Little Black Boy is written by William Blake, and this poem talks about universal brotherhood। The Little Black Boy is a poem which talks about universal brotherhood। ਵਿਸ਼ਵ ਭਾਈਚਾਰਾ ਹੋਣਾ ਚਾਹੀਦਾ ਹੈ। We should love one another। ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ। irrespective of the color, ਚਾਹੇ ਕਿਸੇ ਦਾ ਰੰਗ ਕੋਈ ਮਰਜ਼ੀ ਹੋਵੇ। caste, ਚਾਹੇ ਕਿਸੇ ਦੀ ਜ਼ਾਤ ਕੋਈ ਮਰਜ਼ੀ ਹੋਵੇ। religion, ਧਰਮ ਕੋਈ ਮਰਜ਼ੀ ਹੋਵੇ। ਔਰ creed, ਨਸਲ ਕੋਈ ਮਰਜ਼ੀ ਹੋਵੇ। So we should love one another irrespective of the color, caste, religion, or creed। The poet says that we should treat all individuals। creed beta nasal, creed, creed means a nasal। So the poet says that we should be equal when we are dealing with the people।
ਸੋ ਵੀ ਸ਼ੁਡ ਬਿਲੀਵ ਇਨ ਇਕੁਐਲਿਟੀ। ਸਾਨੂੰ ਸਮਾਨਤਾ ਦੇ ਵਿੱਚ ਯਕੀਨ ਰੱਖਣਾ ਚਾਹੀਦਾ ਹੈ। ਸੋ ਜਿਸ ਤਰ੍ਹਾਂ ਗੋਰੇ ਕਾਲਿਆਂ ਨਾਲ ਸਲੂਕ ਕਰਦੇ ਆ, ਉਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਸਭ ਨੂੰ ਪ੍ਰੇਮ ਕਰਨਾ ਚਾਹੀਦਾ। ਹਾਂਜੀ, ਸੈਕਸ਼ਨ ਸੀ। ਜਿੰਨਾ ਹੁਣ ਤੱਕ ਪੜਾਇਆ ਸਾਰਾ ਸਮਝ ਆ ਗਿਆ? ਓਕੇ। ਸੈਕਸ਼ਨ ਸੀ। An Astrologer's Day. An Astrologer's Day, written by R.K. Narayan. Okay. जो एस्ट्रोलॉजर है ਉਸ ਦਾ ਕੈਰੈਕਟਰ ਸਕੈਚेस ਦਾ ਮੋਸਟ ਇੰਪੋਰਟੈਂਟ ਲੌਂਗ ਕੁਐਸਚਨ ਹੈ। ਸਭ ਤੋਂ ਪਹਿਲੀ ਗੱਲ ਤਾਂ ਕੀ ਹੈ, that astrologer was clever, ਬਹੁਤ ਹੀ ਚਾਲਾਕ ਸੀ। he was not a real astrologer, ਸੱਚਮੁੱਚ ਇੱਕ ਐਸਟ੍ਰੋਲੋਜਰ ਨਹੀਂ ਸੀ। ਹਾਂਜੀ ਰਾਜਵੀਰ, ਤੁਸੀਂ ਹੈਂਡ ਰੇਜ਼ ਕੀਤਾ, ਕੁਝ ਪੁੱਛਣਾ ਹੈ? Okay, he was not a real astrologer. He looted people by charging 3 pies for one question. ਲੋਕਾਂ ਨੂੰ ਲੁੱਟਦਾ ਸੀ, ਇੱਕ ਸਵਾਲ ਦੇ 3 ਪਾਈਆਂ ਲੈਂਦਾ ਸੀ, ਜਦੋਂ ਕਿ ਉਹਦੇ ਕੋਲ ਐਸਟ੍ਰੋਲੋਜੀ ਦੀ ਕੋਈ ਨੌਲੇਜ ਨਹੀਂ ਸੀ। He wore saffron colored turban to look like an astrologer. ਇੱਕ ਐਸਟ੍ਰੋਲੋਜਰ ਦੀ ਤਰ੍ਹਾਂ ਦਿਖਣ ਲਈ ਉਹ ਭਗਵਾਂ ਪਗੜੀ ਬੰਨ ਲੈਂਦਾ ਸੀ। ਇਹ ਕੀ ਹੋ ਰਿਹਾ? ਡਿਸਟਰਬੈਂਸ ਹੋ ਰਹੀ ਹੈ, ਡਿਸਟਰਬੈਂਸ ਹੋ ਰਹੀ ਹੈ। And he used sacred ash and vermilion to look like an astrologer. ਮੱਥੇ ਤੇ ਭਭੂਤ ਅਤੇ ਸੰਧੂਰ ਲਾ ਲੈਂਦਾ ਸੀ ਤਾਂ ਕਿ ਉਹ ਐਸਟ੍ਰੋਲੋਜਰ ਜੈਸਾ ਦਿਖੇ, ਲੇਕਿਨ ਉਹ ਐਸਟ੍ਰੋਲੋਜਰ ਨਹੀਂ ਸੀ। He let his clients speak for 10 minutes. ਆਪਣੇ ਕਲਾਇੰਟਸ ਨੂੰ 10 ਮਿੰਟ ਬੋਲਣ ਦਿੰਦਾ ਸੀ। Then he guessed their problems. 10 ਮਿੰਟ ਬੋਲਣ ਤੋਂ ਬਾਅਦ ਉਹ ਉਹਨਾਂ ਦੀ ਪ੍ਰੋਬਲਮਸ ਗੈਸ ਕਰ ਲੈਂਦਾ ਸੀ ਤੇ ਉਹਨਾਂ ਨੂੰ ਝੂਠੇ ਸੱਚੇ ਸੋਲੂਸ਼ਨਸ ਦੇ ਦਿੰਦਾ ਸੀ। Actually, he was a clever man and he got rid of Guru Nanak only with his intelligence. ਆਪਣੀ ਇਸ ਚੁਸਤੀ ਨਾਲ ਉਹਨੇ ਆਪਣੇ ਆਪ ਨੂੰ ਬਚਾ ਲਿਆ ਗੁਰੂ ਨਾਨਕ ਤੋਂ, ਜਿਹਨੂੰ ਉਹ ਮਾਰ ਕੇ ਪਿੰਡ ਤੋਂ ਭੱਜਿਆ ਸੀ। ਇਹ ਹੋ ਗਿਆ ਜੀ ਆਪਣਾ ਐਸਟ੍ਰੋਲੋਜਰਸ ਡੇ। पूरी तरह समझ आ गया क्लास? ओके। लॉन्ग यही है बेटा, कैरेक्टर स्केच ऑफ एस्ट्रोलॉजर। लॉन्ग ही तो समझाया, लॉन्ग इको ही है ਇਸ ਦੇ ਵਿੱਚ ਲਿਖਦਾ ਹੈ। ਹੋਰ ਕੀ ਦੱਸਿਆ ਹੁਣ ਤੱਕ ਮੈਂ? ਹੁਣ ਤੱਕ ਮੈਂ ਹੋਰ ਕੀ ਦੱਸਿਆ? ਮੈਂ ਸਿਰਫ ਤੁਹਾਨੂੰ ਕੁਐਸਚਨ ਨਹੀਂ ਦੱਸ ਰਹੀ, ਨਾਲ ਸਮਝਾ ਵੀ ਰਹੀ ਹਾਂ, ਰਿਵਾਈਜ਼ ਵੀ ਕਰਾ ਰਹੀ ਹਾਂ। ਸੋ ਚਲੋ, ਅਗਰ ਤੁਹਾਨੂੰ ਇਕੱਲਾ ਕੁਐਸਚਨ ਚਾਹੀਦਾ ਹੈ ਤਾਂ ਦ ਟਾਈਗਰ ਇਨ ਦਾ ਟਨਲ ਦੇ ਵਿੱਚੋਂ ਬਲਦੇਵ ਦਾ ਕੈਰੈਕਟਰ ਸਕੈਚ। ਓਕੇ, ਨੋਟ ਡਾਊਨ ਕਰ ਲਿਆ? Then number 3, chapter number 3, Sparrows, Rahim Khan's character sketch. Okay? हाँ, सारे character sketch कर लो। Next chapter ਕਿਹੜਾ? इसका theme भी important है और ह्यूई अस्कन ਦਾ character sketch भी important है। दो long question बनते हैं इस चो, theme and character sketch of ह्यूई अस्कन। Next chapter, character sketch of Algu Chaudhary and character sketch of Jumman Sheikh। ਥੀਮ ਨਹੀਂ ਇੰਨੀ ਜ਼ਿਆਦਾ ਆਉਂਦੀ ਇਹਦੇ ਵਿੱਚੋਂ, ਇਹ ਦੋ ਕੈਰੈਕਟਰ ਸਕੈਚ ਜ਼ਿਆਦਾ ਇੰਪੋਰਟੈਂਟ ਹੈ ਬੇਟਾ। ਓਕੇ, ਹਾਂਜੀ, ਆਈ ਥਿੰਕ ਸਾਰੇ ਲੌਂਗ ਕੁਐਸਚਨਸ ਡਿਸਕਸ ਹੋ ਗਏ ਸਾਡੇ। ਐਨੀ ਅਦਰ ਥਿੰਗ ਯੂ ਵਾਂਟ ਟੂ ਆਸਕ, ਜਾਂ ਫਿਰ ਆਪਾਂ ਓਵਰ ਕਰੀਏ ਕਲਾਸ? ਨਰੇਸ਼ਨ?
ਏਦਾਂ ਕਰੋ ਫਿਰ, ਕੱਲ ਨੂੰ ਇੱਕ ਪੂਰੀ ਕਲਾਸ ਆਪਾਂ ਸਿਰਫ ਨਰੇਸ਼ਨ ਦੀ ਲਗਾਵਾਂਗੇ। ਤੁਹਾਡਾ ਐਗਜ਼ਾਮ ਤਾਂ 10th ਨੂੰ ਹੈ ਨਾ? ਕੱਲ ਨੂੰ ਮੈਂ ਪੂਰਾ ਇੱਕ 40 ਮਿੰਟਸ ਦਾ ਲੈਕਚਰ ਲਗਾਉਂਗੀ ਜਿਹਦੇ ਵਿੱਚ ਮੈਂ ਤੁਹਾਨੂੰ ਸਿਰਫ ਨਰੇਸ਼ਨ ਹੀ ਕਰਵਾਉਂਗੀ, ਸਾਰੇ ਰੂਲਸ ਸਮਝਾਉਂਗੀ। ਔਰ ਰੂਲਸ ਸਮਝਣ ਲਈ ਨਾ ਤੁਹਾਨੂੰ ਟੈਂਸ ਬੜੀ ਅੱਛੀ ਤਰ੍ਹਾਂ ਆਉਣੇ ਚਾਹੀਦੇ ਆ। ਸੋ ਟੈਂਸ ਕੱਲ ਮੈਂ ਵੀ ਸਮਝਾਏ ਸੀ, ਅੱਜ ਤੁਹਾਨੂੰ ਟੈਂਸ ਸਮਝਾਤੇ, ਗੁਰਜੰਟ ਸਰ ਨੇ ਵੀ ਸਮਝਾਤੇ, ਹੈ ਨਾ। ਸੋ ਇਸ ਲਈ ਟੈਂਸ ਤੁਸੀਂ ਆਪਣੇ ਦਿਮਾਗ 'ਚ ਰੱਖਣੇ ਆ, ਮੈਂ ਤੁਹਾਨੂੰ ਪੁੱਛੂੰਗੀ ਔਰ ਨਾਲ ਨਾਲ ਮੈਂ ਦੱਸੂੰਗੀ ਕਿ ਕਿਸ ਟੈਂਸ ਨੂੰ ਕਿਸ ਟੈਂਸ 'ਚ ਕਨਵਰਟ ਕਰਨਾ ਹੈ। ਔਰ ਚੇਂਜ ਦਾ ਨਰੇਸ਼ਨ ਦੀ ਫੁੱਲ ਫਲੈਜ ਕੱਲ ਨੂੰ ਕਲਾਸ ਲਗਾ ਦੂੰਗੀ। ਦੇਖੋ, ਇਹ ਮੋਟਾ ਮੋਟਾ ਯਾਦ ਰੱਖੋ ਕਿ when there are names of rivers use the, ਜਿੱਥੇ ਵੀ ਨਦੀਆਂ ਦੇ ਨਾਮ ਆ ਜਾਣ the, oceans ਦੇ ਨਾਮ ਆ ਜਾਣ the, seas ਦੇ ਨਾਮ ਆ ਜਾਣ the। ਅਗਰ ਇੱਕ ਪਹਾੜ ਹੈ ਫਿਰ the ਨਹੀਂ ਲਾਈਦਾ, ਅਗਰ ਮਾਊਂਟੇਨ ਰੇਂਜ ਆ ਜੇ, ਪਰਬਤ ਲੜੀ ਆ ਜੇ, then use the। ਜਿੰਨੀਆਂ ਵੀ ਧਾਰਮਿਕ ਕਿਤਾਬਾਂ ਨੇ ਉਹਨਾਂ ਦੇ ਨਾਲ the use ਹੁੰਦਾ ਹੈ। ਜਿਸ ਤਰ੍ਹਾਂ degrees of adjectives ਹੁੰਦੀਆਂ good better best, ਤਾਂ best ਦੇ ਨਾਲ the best use ਹੋਏਗਾ। ਓਕੇ, ਸੋ ਇਹ ਥਰਡ ਡਿਗਰੀ ਜਿਹੜੀ ਹੈ ਉਸਦੇ ਨਾਲ ਆਪਾਂ the ਲਗਾ ਦਾਂਗੇ। ਕਿਸੇ ਦੇ, ਹਾਂਜੀ, ਇੱਕ ਤਾਂ ਹੁੰਦੇ ਆ ਆਰਟੀਕਲਸ a and the, ਦੂਸਰੇ ਹੁੰਦੇ ਆ ਬੇਟਾ ਕੁਆਂਟੀਟੇਟਿਵਸ, ਜਿਸ ਦੇ ਵਿੱਚ ਕਿ 1 2 3 4 ਸਾਰੀ ਗਿਣਤੀ ਆ ਜਾਂਦੀ ਹੈ, ਸਾਰੀ ਗਿਣਤੀ, ਇਹ ਵੀ ਡਿਟਰਮੀਨਰਸ ਹੁੰਦੇ ਆ। ਆਰਡੀਨਲਸ ਫਸਟ ਸੈਕਿੰਡ ਥਰਡ ਫੋਰਥ ਫਿਫਥ ਐਟਸੈਟਰਾ, ਇਹ ਸਾਰੇ ਆਰਡੀਨਲਸ ਵੀ ਹੁੰਦੇ ਆ। ਕੁਆਲੀਟੇਟਿਵਸ ਵੀ ਆ ਜਾਂਦੇ, ਯਾਨੀ ਕਿ ਜਿੱਥੇ ਸਾਡੇ ਕੋਲ ਗਿਣਿਆ ਨਾ ਜਾ ਸਕੇ, ਜਿਹੜੇ ਨਾउन ਨੂੰ, ਜਿਸ ਤਰ੍ਹਾਂ ਵਾਟਰ ਹੋ ਗਿਆ, ਮਨੀ ਹੋ ਗਿਆ, ਵਰਕ ਹੋ ਗਿਆ, ਆਪਾਂ ਇਹਨੂੰ ਗਿਣ ਨਹੀਂ ਸਕਦੇ, ਅਨਕਾਊਂਟੇਬਲ ਹੈ। ਅਨਕਾਊਂਟੇਬਲ ਦੀ ਅਸੀਂ ਕੀ ਦੱਸ ਸਕਦੇ ਹਾਂ, ਮਾਤਰਾ ਜਾਂ ਕੁਆਂਟੀਟੀ। ਸੋ ਕੁਆਂਟੀਟੇਟਿਵ ਜੋ ਡਿਟਰਮੀਨਰ ਹੈ ਉਸਦੇ ਵਿੱਚ ਕੀ ਆ ਜਾਂਦਾ ਹੈ, ਸਮ, ਮਚ, ਮੋਰ। ਔਰ ਜਿਹਨੂੰ ਤੁਸੀਂ ਕਾਊਂਟ ਕਰ ਸਕਦੇ ਹੋ ਉੱਥੇ ਆ ਜਾਂਦਾ ਮੈਨੀ, ਫਿਊ, ਏ ਫਿਊ, ਦ ਫਿਊ। ਔਰ ਜਿਹਨੂੰ ਨਹੀਂ ਗਿਣ ਸਕਦੇ ਉੱਥੇ ਲਿਟਲ, ਏ ਲਿਟਲ, ਦ ਲਿਟਲ ਵੀ ਆ ਜਾਂਦਾ ਹੈ। ਸੋ ਇਹ ਤੁਸੀਂ ਦੇਖ ਲਓ, ਅਗਰ ਕਾਊਂਟੇਬਲ ਹੈ ਉਸਦੇ ਨਾਲ ਮੈਨੀ ਯੂਜ਼ ਕਰੋ, ਫਿਊ ਯੂਜ਼ ਕਰੋ, ਅਗਰ ਅਨਕਾਊਂਟੇਬਲ ਹੈ ਤਾਂ ਉਸਦੇ ਨਾਲ ਮਚ, ਮੋਰ ਯੂਜ਼ ਕਰੋ, ਔਰ ਉਸਦੇ ਨਾਲ ਤੁਸੀਂ ਲਿਟਲ, ਏ ਲਿਟਲ, ਦ ਲਿਟਲ ਯੂਜ਼ ਕਰ ਸਕਦੇ ਹੋ। ਸਮ ਇੱਕ ਐਸਾ ਡਿਟਰਮੀਨਰ ਹੈ ਜੋ ਕਾਊਂਟੇਬਲ ਨਾਲ ਵੀ ਯੂਜ਼ ਹੋ ਜਾਂਦਾ ਹੈ ਔਰ ਅਨਕਾਊਂਟੇਬਲ ਨਾਲ ਵੀ। ਅਗਰ ਕੁਐਸਚਨ ਜਾਂ ਨੈਗੇਟਿਵ ਸੈਂਟੈਂਸ 'ਚ ਯੂਜ਼ ਕਰਨਾ ਹੋਵੇ ਸਮ ਜਾਂ ਐਨੀ 'ਚੋਂ, ਤਾਂ ਕੁਐਸਚਨ ਤੇ ਨੈਗੇਟਿਵ ਸੈਂਟੈਂਸ 'ਚ ਐਨੀ ਦਾ ਯੂਜ਼ ਜ਼ਿਆਦਾ ਹੁੰਦਾ ਹੈ, ਪੋਜ਼ਿਟਿਵ ਸੈਂਟੈਂਸ ਦੇ ਵਿੱਚ ਸਮ ਦਾ ਯੂਜ਼ ਜ਼ਿਆਦਾ ਹੁੰਦਾ ਹੈ। ਔਰ ਡਿਟਰਮੀਨਰਸ ਦੇ ਵਿੱਚ ਡਿਮੋਨਸਟ੍ਰੇਟਿਵਸ ਵੀ ਹੁੰਦੇ ਆ, ਦਿਸ, ਦੈਟ, ਦੀਜ਼, ਦੋਜ਼, ਇਹੀ ਨੇ ਮੇਨ ਡਿਟਰਮੀਨਰਸ। ਹਮ ਹੁਣ ਆਪਣਾ ਟਾਈਮ ਵੀ ਅਪ ਹੋ ਗਿਆ, ਆਪਣੀ ਕਲਾਸ ਦੇ ਰਹਿ ਗਏ 2 ਮਿੰਟਸ। ਠੀਕ ਹੈ ਬੇਟਾ, ਓਕੇ ਹੈ, ਕਰੀਏ ਕਲਾਸ ਓਵਰ। ਬੋਲੋ, ਸਿਰਫ ਪਰਸਨਲ ਲੈਟਰਸ ਕਰੋ, ਔਰ ਲੈਟਰਸ ਨਾ ਸੋਲਡ ਹੀ ਕਰੋ, ਅਨਸੋਲਡ ਨੂੰ ਤਾਂ ਤੁਸੀਂ ਛੇੜੋ ਹੀ ਨਾ। ਸੋਲਡ ਲੈਟਰਸ ਵੀ ਪਰਸਨਲ, ਜੇ ਕੋਈ ਓਫੀਸ਼ੀਅਲ ਲੈਟਰਸ ਨੇ ਉਹ ਨਾ ਕਰੋ। ਪਰਸਨਲ ਤੇ ਸੋਸ਼ਲ ਹੁੰਦੀਆਂ, ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਨੂੰ, ਫਾਦਰ ਨੂੰ ਲੈਟਰ, ਮਦਰ ਨੂੰ ਲੈਟਰ, ਬ੍ਰਦਰ ਨੂੰ, ਸਿਸਟਰ ਨੂੰ, ਫਰੈਂਡ ਨੂੰ, ਬਸ ਇਹੀ ਵਾਲੀਆਂ ਲੈਟਰਸ ਕਰਨੀਆਂ ਨੇ। ਔਰ ਸ਼ੁਰੂ ਸ਼ੁਰੂ ਵਾਲੀਆਂ, ਹਾਂਜੀ, ਸ਼ੁਰੂ ਸ਼ੁਰੂ ਵਾਲੀਆਂ ਲੈਟਰਸ ਜ਼ਿਆਦਾ ਕਰ ਲਓ, ਉਹਦੇ ਵਿੱਚੋਂ ਇੱਕ ਅੱਧੀ ਆ ਹੀ ਜਾਣੀ ਹੈ। ਹਮ, ਹਾਂਜੀ। ਨੋਟ ਮੇਕਿੰਗ, ਨੋਟ ਮੇਕਿੰਗ ਦੇ ਨਾਲ ਤੁਹਾਨੂੰ ਚੋਇਸ ਆਏਗੀ ਐਡਵਰਟੀਜ਼ਮੈਂਟ ਦੀ ਜਾਂ ਨੋਟਿਸ ਰਾਈਟਿੰਗ ਦੀ। ਸੋ ਮੇਰੀ ਤੁਹਾਨੂੰ ਸਲਾਹ ਹੈ ਕਿ ਤੁਸੀਂ ਨੋਟਿਸ ਰਾਈਟਿੰਗ ਅੱਛੀ ਤਰ੍ਹਾਂ ਤਿਆਰ ਕਰ ਲਓ, ਨੋਟ ਮੇਕਿੰਗ ਤੋਂ ਜ਼ਿਆਦਾ ਇੰਪੋਰਟੈਂਟ ਹੈ ਨੋਟਿਸ ਰਾਈਟਿੰਗ। ਸੋ ਤੁਸੀਂ ਨੋਟਿਸ ਰਾਈਟਿੰਗ ਰੈਡੀ ਕਰ, ਕਿਵੇਂ, ਕੀ ਦੁਬਾਰਾ ਦੱਸਾਂ? ਚਲੋ ਨੋਟਿਸ ਰਾਈਟਿੰਗ ਵੀ ਮੈਂ ਤੁਹਾਨੂੰ ਕੱਲ ਦੱਸੂਗੀ, ਨਰੇਸ਼ਨ ਵੀ ਤੁਹਾਨੂੰ ਕੱਲ ਦੱਸੂਗੀ। ਓਕੇ, ਨੋਟ ਮੇਕਿੰਗ ਵੀ ਸਮਝਾ ਦੂੰਗੀ, ਨੋਟਿਸ ਰਾਈਟਿੰਗ ਵੀ ਦੱਸ ਦੂੰਗੀ,
ਔਰੇਸ਼ਨ ਵੀ ਕੱਲ ਦੱਸ ਦੂੰਗੀ। ਓਕੇ, ਥੈਂਕ ਯੂ ਵੈਰੀ ਮਚ ਫॉर ਬੀਇੰਗ ਵਿਦ ਮੀ। ਕੱਲ ਆਪਾਂ ਜਿਹੜੀ ਰਹਿ ਗਈ ਉਹ ਵੀ ਰਿਵੀਜ਼ਨ ਕਰ ਲਾਂਗੇ। ਆਈ ਹੋਪ ਕਿ ਕਾਫੀ ਤਿਆਰੀ ਤੁਹਾਡੀ ਹੋ ਗਈ ਹੋਣੀ। ਹੁਣ ਤੁਸੀਂ ਸਾਰਿਆਂ ਨੇ ਫੁੱਲ ਮਾਰਕਸ ਲੈਣੇ ਆ।